ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਗਰਮੀ ਲਗਾਤਾਰ ਜ਼ੋਰ ਫੜ ਰਹੀ ਹੈ। ਹੁਣ ਮਾਰਚ ਦੇ ਮਹੀਨੇ ਦੇ ਵਿੱਚ ਅਸੀਂ ਪੈਰ ਧਰ ਲਿਆ, ਪਰ ਲੱਗਦਾ ਇਉਂ ਆ ਕਿ ਅਪ੍ਰੈਲ ਦਾ ਆਖਰੀ ਹਫ਼ਤਾ ਚੱਲਦਾ ਹੋਵੇ ਤੇ ਫਰਵਰੀ ਦੇ ਆਖਰੀ ਹਫ਼ਤੇ ਦੇ ਵਿੱਚ ਜਿਸ ਤਰੀਕੇ ਨਾਲ ਗਰਮੀ ਨੇ ਜ਼ੋਰ ਫੜਿਆ, ਉਸ ਤੋਂ ਬਾਅਦ ਲੱਗਦਾ ਇਹ ਹੈ ਵੀ ਐਤਕੀ ਗਰਮੀ ਨੇ ਵੱਟ ਕੱਢਣੀ ਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਇੱਕ ਹਫ਼ਤੇ ਤੱਕ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਭੂਰਾ ਵੀ ਨਹੀਂ। ਤੇ ਦੂਜੀ ਗੱਲ ਇਹ ਕਹੀ ਗਈ ਹੈ ਜੀ ਕਿ ਹੁਣ 28 ਤੋਂ ਲੈ ਕੇ 29-30 ਡਿਗਰੀ ਤੱਕ ਟੈਂਪਰੇਚਰ ਰਹਿਣਾ, ਯਾਨੀ ਕਿ 32.5 ਤੱਕ ਪਹਿਲਾਂ ਰਹਿਣ ਲੱਗ ਪਿਆ ਸੀ ਕਈ ਥਾਵਾਂ ਦੇ ਉੱਤੇ, ਪਰ ਹੁਣ 2 ਡਿਗਰੀ ਉਸ ਤੋਂ ਘਟਿਆ। ਪਰ ਮੌਸਮ ਦੇ ਵਿੱਚ ਇੱਕਦਮ ਆਈ ਵੱਡੀ ਤਬਦੀਲੀ ਹੈ ਜਿਹੜੀ ਉਹ ਲੋਕਾਂ ਨੂੰ ਹੈਰਾਨ ਜ਼ਰੂਰ ਕਰਦੀ ਹੈ। ਕੁਝ ਕੁ ਦਿਨ ਪਹਿਲਾਂ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਬੂੰਦਾਬਾਂਦੀ ਹੋਈ ਹੈ, ਪਰ ਪੂਰੇ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ ਜਿਵੇਂ ਕਿ ਮੌਸਮ ਵਿਭਾਗ ਨੇ ਕਿਹਾ ਸੀ। ਤੇ ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਕਿਸਾਨ ਡਟੇ ਹੋਏ ਆ। ਡਟੇ ਹੋਏ ਕਿਸਾਨਾਂ ਨੂੰ ਇਸ ਗੱਲ ਦੀ ਕੋਈ ਆਸ ਨਹੀਂ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਉਮੀਦਾਂ ਨੂੰ ਬੂਰ ਕਦੋਂ ਲਾਇਆ ਜਾਊਗਾ। ਕੇਂਦਰ ਦੀ ਸਰਕਾਰ ਦੇ ਵੱਲੋਂ ਕੋਈ ਵਕਤ ਮਿਲਣੀ ਦਾ ਨਹੀਂ ਦਿੱਤਾ ਜਾ ਰਿਹਾ, ਨਾ ਕੋਈ ਮੀਟਿੰਗ ਤੈਅ ਕੀਤੀ ਗਈ ਆ, ਨਾ ਕੋਈ ਤਰੀਕ ਦੇ ਬਾਰੇ ਗੱਲ ਚੱਲ ਰਹੀ ਆ। ਹਾਂ, ਉਲਟਾ ਕੇਂਦਰ ਦੇ ਕਈ ਮੰਤਰੀ ਹਰ ਰੋਜ਼ ਕਿਸਾਨਾਂ ਦੇ ਉੱਤੇ ਕੋਈ ਨਾ ਕੋਈ ਇਲਜ਼ਾਮਬਾਜ਼ੀ ਜ਼ਰੂਰ ਕਰਦੇ ਆ। ਕਦੇ ਕਹਿ ਦਿੰਦੇ ਗੁੰਮਰਾਹ ਹੋ ਗਏ, ਕਦੇ ਕਹਿ ਦਿੰਦੇ ਭੁੱਲ ਭੁਲੇਖੇ 'ਚ ਬੈਠੇ ਆ, ਕਦੇ ਕਹਿੰਦੇ ਜੀ ਇਹ ਤਾਂ ਆਮਦਨ ਵਧਾਉਣੀ ਨਹੀਂ ਚਾਹੁੰਦੇ, ਕਦੇ ਕੋਈ ਨਾ ਕੋਈ ਇਹੋ ਜਿਹੀ ਗੱਲ ਕੀਤੀ ਜਾਂਦੀ ਹੈ ਜਿਹਦੇ ਕਰਕੇ ਕਿਸਾਨ ਆਗੂਆਂ ਤੇ ਸਮੁੱਚੇ ਕਿਸਾਨ ਭਾਈਚਾਰੇ ਦਾ ਗੁੱਸਾ ਭੜਕ ਰਿਹਾ। ਤੇ ਪਿਛਲੇ ਦਿਨੀ ਯੋਗੇਂਦਰ ਯਾਦਵ ਨੇ ਇੱਕ ਗੱਲ ਕਹੀ ਸੀ। ਉਹਨਾਂ ਨੇ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਨੂੰ ਭਾਸ਼ਾ ਸਿਰਫ ਵੋਟਾਂ ਦੀ ਹੀ ਸਮਝ ਆਉਂਦੀ ਹੈ ਤਾਂ ਹੁਣ ਅਸੀਂ ਵੋਟਾਂ ਦੇ ਵਿੱਚ ਹੀ ਨੁਕਸਾਨ ਕਰਾਂਗੇ, ਜਿਹੜੀ ਕਿ ਪੱਛਮੀ ਬੰਗਾਲ ਪਹੁੰਚਾਂਗੇ। ਤੇ ਪੱਛਮੀ ਬੰਗਾਲ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਾਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਆਪਾਂ ਇਹ ਜਾਣਦੇ ਹਾਂ ਕਿ 5 ਸੂਬਿਆਂ ਦੇ ਵਿੱਚ ਇਸ ਵਕਤ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵੱਜਿਆ ਹੋਇਆ ਤੇ 8 ਪੜਾਵਾਂ ਦੇ ਵਿੱਚ ਵੋਟਾਂ ਪੱਛਮੀ ਬੰਗਾਲ ਦੇ ਵਿੱਚ ਪੈਣੀਆਂ ਤੇ 5 ਪੜਾਵਾਂ ਦੇ ਚੋਣ ਨਤੀਜੇ 2 ਮਈ ਨੂੰ ਆਉਣੇ ਆ। ਇਸ ਕਰਕੇ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਦਾ ਪੈਰ ਮਿੱਧਣ ਦੇ ਲਈ, ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਨੂੰ ਸਬਕ ਸਿਖਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੱਛਮੀ ਬੰਗਾਲ ਦੇ ਵੱਲ ਕੂਚ ਕੀਤਾ ਗਿਆ ਤੇ ਕੀਤਾ ਜਾਊਗਾ ਵੀ, ਖਾਸ ਕਰਕੇ ਕਲਕੱਤੇ ਦੇ ਵਿੱਚ। ਉਸ ਤੋਂ ਅਗਲੀ ਗੱਲ ਇਹ ਹੈ ਕਿ ਯੂਪੀ ਦੇ ਵਿੱਚ ਵੀ ਇਸ ਵਕਤ ਜਿੰਨੀਆਂ ਮਹਾਂ ਪੰਚਾਇਤਾਂ ਹੋ ਰਹੀਆਂ, ਉਸ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਉੱਥੋਂ ਦੀ ਸਰਕਾਰ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਹੁਣ ਉੱਥੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਸਿਰ ਦੇ ਉੱਤੇ ਹੈ। ਬੀਜੇਪੀ ਨੂੰ ਇਸ ਗੱਲ ਦਾ ਡਰ ਸਤਾਈ ਜਾਂਦਾ ਹੈ ਵੀ ਜਿਵੇਂ ਪੰਜਾਬ ਦੇ ਵਿੱਚ ਮਾੜਾ ਹਾਲ ਹੋਇਆ, ਕਿਤੇ ਇਹ ਨਾ ਹੋਵੇ ਯੂਪੀ ਦੇ ਵਿੱਚ ਵੀ ਉਹੋ ਜਿਹਾ ਕੁਝ ਦੁਹਰਾਇਆ ਜਾਵੇ। ਹਾਲਾਂਕਿ ਆਪਾਂ ਇਹ ਜਾਣਦੇ ਹਾਂ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਿਹੜੇ ਵੀ ਸੂਬੇ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੋਵੇ, ਬਹੁਤੀ ਵਾਰ ਉਹਦੀ ਝੋਲੀ ਦੇ ਵਿੱਚ ਹੀ ਪੈਂਦੀਆਂ। ਪਰ ਜਿਸ ਤਰੀਕੇ ਦੇ ਨਾਲ ਮਹਾਂ ਪੰਚਾਇਤਾਂ ਯੂਪੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਹੀਆਂ, ਖਾਸ ਕਰਕੇ ਪੱਛਮੀ ਯੂਪੀ ਦੇ ਵਿੱਚ, ਜਿੱਥੇ ਕਿ ਰਾਕੇਸ਼ ਟਕੈਤ ਤੇ ਬਾਕੀ ਕੁਝ ਹੋਰ ਕਿਸਾਨ ਆਗੂਆਂ ਦਾ ਤੇ ਖਾਪ ਪੰਚਾਇਤਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭਾਵ ਹੈਗਾ, ਉੱਥੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੂੰ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ। ਆਪਾਂ ਜਾਣਦੇ ਪਿਛਲੇ ਦਿਨੀ ਮੁਜ਼ੱਫਰਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਆ ਬਾਲੀਆਨ ਤੇ ਹੋਰ ਕਈ ਜਿਹੜੇ ਕੈਬਨਿਟ ਮੰਤਰੀ ਤੇ ਵਿਧਾਇਕ ਬੀਜੇਪੀ ਦੇ ਗਏ ਸੀ। ਉੱਥੇ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ। ਕਈ ਲੋਕਾਂ ਨੇ ਸਿਰ ਵੀ ਪਾਟੇ ਸੀ ਕਿਉਂਕਿ ਬੀਜੇਪੀ ਦੇ ਸਮਰਥਕ ਤੇ ਕਿਸਾਨ ਆਪਸ ਦੇ ਵਿੱਚ ਭਿੜ ਪਏ ਸੀ। ਉਸ ਤੋਂ ਬਾਅਦ ਬੀਜੇਪੀ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਵੀ ਕਿਤੇ ਸੱਚੀ ਮੁੱਚੀ ਇਹ ਨਾ ਹੋਵੇ ਵੀ ਸਾਨੂੰ ਧੋਬੀ ਪਟਕਾ ਇਤਕੀ ਲੱਗ ਜੇ। ਪਰ ਕਿਸਾਨ ਆਗੂਆਂ ਦੀ ਤੇ ਕਿਸਾਨ ਭਾਈਚਾਰੇ ਦੀ ਸਮੁੱਚੇ ਦੀ ਕੋਸ਼ਿਸ਼ ਇਹ ਹੈ ਕਿ ਬੀਜੇਪੀ ਨੂੰ ਇਤਕੀ ਤਾਰੇ ਦਿਖਾਏ ਜ਼ਰੂਰ ਜਾਣ। ਇਸੇ ਦਰਮਿਆਨ ਰਾਕੇਸ਼ ਟਕੈਤ ਹੋਰਾਂ ਦੇ ਵੱਲੋਂ ਇੱਕ ਬੜਾ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਵੀ ਜਿਵੇਂ ਇਸ ਵਕਤ ਕੇਂਦਰ ਦੀ ਸਰਕਾਰ ਚੁੱਪ ਵੱਟੀ ਬੈਠੀ ਹੈ, ਨਾ ਉਹ ਚੰਗਾ ਕਹਿੰਦੀ ਹੈ ਨਾ ਉਹ ਮਾੜਾ ਕਹਿੰਦੀ ਹੈ, ਲੱਗਦਾ ਇਹ ਹੈ ਕਿ ਅੰਦਰ ਖਾਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਕੋਈ ਨਵੀਂ ਭੰਨਘੜ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦਾ ਇਸ ਤਰੀਕੇ ਦੇ ਨਾਲ ਭੇਤ ਭਰੀ ਹਾਲਾਤ ਦੇ ਵਿੱਚ ਚੁੱਪ ਰਹਿਣਾ, ਬਿਲਕੁਲ ਉਹਨਾਂ ਦੇ ਵੱਲੋਂ ਘੁੰਨੇ ਜਿਹੇ ਬਣ ਕੇ ਬਹਿਣਾ, ਕਈ ਤਰ੍ਹਾਂ ਦੇ ਨਵੇਂ ਸ਼ੰਕਿਆਂ ਨੂੰ ਜਨਮ ਦੇਣ ਵਾਲੀ ਗੱਲ ਹੈ। ਤੇ ਕੇਂਦਰ ਦੀ ਸਰਕਾਰ ਨੇ, ਉਹਨਾਂ ਨੇ ਕਿਹਾ ਕਿ ਸਾਡੇ ਪੈਰ ਪਹਿਲਾਂ ਵੀ ਕਈ ਵਾਰ ਮਿੱਧੇ ਆ, ਪਰ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਯੋਜਨਾਵਾਂ ਬਣਾ ਕੇ ਬੜੇ ਸੁਚੇਤ ਰਹਿ ਕੇ ਕਿਸਾਨ ਭਰਾਵਾਂ ਨੂੰ ਅਸੀਂ ਸੁਚੇਤ ਕਰਕੇ ਤੇ ਉਹਨਾਂ ਸਾਰੀਆਂ ਚਾਲਾਂ ਦੇ ਵਿੱਚੋਂ ਬਾਹਰ ਨਿਕਲੇ ਆ। ਪਰ ਟਕੈਤ ਨੇ ਕਿਹਾ ਕਿ ਆਉਂਦੇ ਸਮੇਂ ਦੇ ਵਿੱਚ ਸਾਨੂੰ ਹੋਰ ਚੁਕੰਨੇ ਰਹਿਣਾ ਪੈਣਾ, ਕਿਉਂਕਿ ਲੱਗਦਾ ਹੈ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਧਿੱਤ ਨਵੀਂ ਕੀਤੀ ਜਾਊਗੀ ਕਿਸਾਨਾਂ ਨੂੰ ਖੱਜਲ ਕਰਨ ਦੇ ਲਈ, ਕਿਉਂਕਿ ਚੁੱਪ ਕਰਨ ਵਾਲਿਆਂ ਦੇ ਵਿੱਚੋਂ ਇਹ ਹੈ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਕੈਤ ਨੇ ਸ਼ੱਕ ਪ੍ਰਗਟਾਇਆ ਕਿ ਕਿਸਾਨ ਅੰਦੋਲਨ ਦੇ ਖਿਲਾਫ ਕੇਂਦਰ ਸਰਕਾਰ ਕੁਝ ਤਾਂ ਖਿਚੜੀ ਪਕਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਖਾਮੋਸ਼ੀ ਇਸ਼ਾਰਾ ਕਰ ਰਹੀ ਹੈ ਕਿ ਅੰਦੋਲਨ ਦੇ ਖਿਲਾਫ ਕੁਝ ਤਾਂ ਹੋਣ ਵਾਲਾ ਹੈ। 15 ਤੋਂ ਲੈ ਕੇ 20 ਦਿਨਾਂ ਤੋਂ ਸਰਕਾਰ ਖਾਮੋਸ਼ ਹੈ। ਲੱਗਦਾ ਹੈ ਕਿ ਉਹ ਕਿਸੇ ਨਾ ਕਿਸੇ ਤਿਆਰੀ ਦੇ ਵਿੱਚ ਜੁਟੀ ਹੋਈ ਹੈ। ਕਿਸਾਨ ਨੇਤਾ ਨੇ ਅੱਗੇ ਕਿਹਾ ਕਿ ਅਸੀਂ ਉਦੋਂ ਤੱਕ ਦਿੱਲੀ ਦੇ ਵਿੱਚੋਂ ਵਾਪਸ ਨਹੀਂ ਆਵਾਂਗੇ ਜਦੋਂ ਤੱਕ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਹੁਣ ਇਹ ਕੇਂਦਰ ਦੀ ਸਰਕਾਰ ਨੇ ਫੈਸਲਾ ਕਰਨਾ ਕਿ ਅੰਦੋਲਨ ਕਦੋਂ ਖਤਮ ਕਰਨਾ। ਸਰਕਾਰ ਸਾਰੀਆਂ ਮੰਗਾਂ ਮੰਨ ਲਵੇ ਤਾਂ ਅਸੀਂ ਆਪੋ ਆਪਣੇ ਪਿੰਡਾਂ ਨੂੰ ਚਲੇ ਜਾਵਾਂਗੇ। ਜੇ ਇੰਜ ਨਹੀਂ ਹੁੰਦਾ ਤਾਂ ਫਿਰ ਅਸੀਂ ਖੇਤਾਂ ਦਾ ਵੀ ਦੇਖਭਾਲ ਕਰਾਂਗੇ ਤੇ ਅੰਦੋਲਨ ਦੀ ਵੀ ਦੇਖਭਾਲ ਕਰਾਂਗੇ। ਅੰਦੋਲਨ ਖਤਮ ਕਰਨ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਉੱਤੇ ਟਕੈਤ ਨੇ ਕਿਹਾ ਕਿ ਕਿਸਾਨ ਸੰਗਠਨਾਂ ਤੇ ਕੇਂਦਰ ਸਰਕਾਰ ਦਰਮਿਆਨ ਹੁਣ ਤੱਕ 12 ਗੇੜਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ। ਪ੍ਰਧਾਨ ਮੰਤਰੀ ਮੋਦੀ ਤੇ ਖੇਤੀਬਾੜੀ ਮੰਤਰੀ ਤੋਮਰ ਨੇ ਵੀ ਕਿਹਾ ਕਿ ਗੱਲਬਾਤ ਦੇ ਜ਼ਰੀਏ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਏਗਾ, ਪਰ ਮੀਟਿੰਗ ਨੂੰ ਲੈ ਕੇ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪ੍ਰਸਤਾਵ ਕਿਸਾਨਾਂ ਨੂੰ ਨਹੀਂ ਮਿਲਿਆ ਤੇ ਸਰਕਾਰ ਜਦੋਂ ਵੀ ਸਾਨੂੰ ਬੁਲਾਵੇ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ। ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨਸ਼ਟ ਕਰਨ ਦੇ ਸਵਾਲ ਦੇ ਉੱਤੇ ਟਕੈਤ ਨੇ ਕਿਹਾ ਅਸੀਂ ਤਾਂ ਦੱਸ ਹੀ ਰਹੇ ਹਾਂ ਕਿ ਹਾਲੇ ਇਹੋ ਜਿਹਾ ਸਮਾਂ ਨਹੀਂ ਆਇਆ, ਪਰ ਸਰਕਾਰ ਨੂੰ ਵੀ ਕਿਸਾਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਫਸਲਾਂ ਨੂੰ ਨਸ਼ਟ ਨਾ ਕਰਨ। ਮਹਾਂ ਪੰਚਾਇਤਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਉਹਨਾਂ ਨੇ ਕਿਹਾ ਅਸੀਂ 24 ਮਾਰਚ ਤੱਕ ਦੇਸ਼ ਭਰ ਦੇ ਵਿੱਚ ਮਹਾਂ ਪੰਚਾਇਤਾਂ ਕਰਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਰਾਕੇਸ਼ ਟਕੈਤ ਹੋਰਾਂ ਦੇ ਵੱਲੋਂ ਸ਼ੱਕ ਪ੍ਰਗਟਾਇਆ ਗਿਆ ਜਾਪਦਾ ਵੀ ਇਵੇਂ ਹੀ ਆ। ਬਹੁਤ ਸਾਰੇ ਕਿਸਾਨ ਆਗੂ ਇਸ ਵਕਤ ਇਹ ਗੱਲ ਮੰਨਦੇ ਆ ਵੀ ਜਿਵੇਂ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਮੰਨਣ ਦੀ ਥਾਂ ਦੇ ਉੱਤੇ ਖੇਤੀ ਕਾਨੂੰਨ ਫਾਇਦੇਮੰਦ ਹਨ, ਇਹ ਤਾਂ ਬਹੁਤ ਫਾਇਦੇਮੰਦ ਹਨ, ਆਮਦਨ ਦੁੱਗਣੀ ਕਰਨ ਵਾਲੇ ਹਨ, ਤੁਹਾਨੂੰ ਭੁਲੇਖੇ ਦੇ ਵਿੱਚੋਂ ਤੁਸੀਂ ਗੁੰਮਰਾਹ ਕਰ ਦਿੱਤੇ ਗਏ ਹੋ, ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਆਹ ਹੋਏਗਾ ਉਹ ਹੋਏਗਾ। ਇਹਨਾਂ ਗੱਲਾਂ ਦੇ ਨਾਲ ਡੰਗ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਪਰ ਉਹਨਾਂ ਦੇ ਵੱਲੋਂ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਜਾ ਰਹੀ ਕਿ ਆਓ ਆਪਾਂ ਮੀਟਿੰਗ ਕਰਦੇ ਹਾਂ, ਕੁਝ ਕੁ ਅਸੀਂ ਮੰਨਦੇ ਹਾਂ, ਕੁਝ ਕੁ ਤੁਸੀਂ ਸਾਡੀ ਮੰਨੋ ਤੇ ਆਪਾਂ ਗੱਲਬਾਤ ਨੂੰ ਕਿਸੇ ਧਨ ਪੱਤਲ ਲਾਉਣੇ ਆ। ਪਿਛਲੇ ਦਿਨੀ ਵੀ ਤੋਮਰ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਸੀ ਉਹਦੇ ਵਿੱਚ ਇਹ ਗੱਲ ਕਹੀ ਕਿ ਜੇਕਰ ਕਿਸਾਨ ਸਾਡੇ ਵੱਲੋਂ ਦਿੱਤੇ ਗਏ ਤਜਵੀਜ਼ ਨੂੰ ਮੰਨਣ ਵਾਸਤੇ ਤਿਆਰ ਹਨ ਤਾਂ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਮਤਲਬ ਉਹਨਾਂ ਦੇ ਕਹਿਣ ਦਾ ਇਹ ਆ ਵੀ ਜੇਕਰ ਕਿਸਾਨ ਸਾਡੇ ਵੱਲੋਂ 1.5 ਸਾਲ ਦੇ ਲਈ ਜਿਹੜੇ ਅਸੀਂ ਕਾਨੂੰਨ ਹੋਲਡ ਕਰਨ ਦੀ ਗੱਲ ਕਹੀ ਹੈ ਉਹਦੇ ਤੇ ਮੰਨਣ ਵਾਸਤੇ ਤਿਆਰ ਆ ਤਾਂ ਆਪਾਂ ਮੀਟਿੰਗ ਦੇ ਲਈ ਤਰੀਕ ਤੈਅ ਕਰ ਸਕਦੇ। ਉਹਨਾਂ ਦੇ ਕਹਿਣ ਦਾ ਅਰਥ ਇਹ ਸੀ। ਦੂਜੀ ਗੱਲ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਜੇਕਰ ਕਿਸਾਨ ਮੰਨਦੇ ਆ ਤਾਂ ਫਿਰ ਅਸੀਂ ਗੱਲਬਾਤ ਦੇ ਲਈ ਤਿਆਰ ਬਰ ਤਿਆਰ ਹਾਂ ਤੇ ਅਸੀਂ ਕਿਸਾਨਾਂ ਦੀ ਬਹੁਤ ਕਦਰ ਕਰਦੇ, ਇੱਜ਼ਤ ਬਹੁਤ ਕਰਦੇ ਹਾਂ। ਕਹਿਣ ਦਾ ਭਾਵ ਇਹ ਹੈ ਵੀ ਕੇਂਦਰ ਦੀ ਸਰਕਾਰ ਆਪਣੇ ਉਸੇ ਹਠੀ ਰਵੱਈਏ ਦੇ ਉੱਤੇ ਆ, ਪਰ ਇਸ ਵਕਤ ਕਿਸਾਨ ਵੀ ਸਿਰੜ ਦੇ ਪੱਕੇ ਆ। ਇਹ ਸਿਰੜ ਬਰਕਰਾਰ ਰਵੇ ਇਹਦੀ ਤਾਂ ਕਾਮਨਾ ਹਰ ਕੋਈ ਕਰਦਾ, ਪਰ ਵਕਤ ਬਿਆਨ ਕਰੂਗਾ ਵੀ ਕੀ ਤੋਂ ਕੀ ਬਣਨਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਰਾਮਦੇਵ ਹੋਰਾਂ ਨੇ ਵੀ ਇੱਕ ਨਵੀਂ ਟੁੱਚ ਰੜਾਈ ਹੈ। ਉਹ ਕਹਿੰਦੇ ਵੀ 1.5 ਸਾਲ ਤੱਕ ਕੇਂਦਰ ਨੇ ਕਿਹਾ ਕਾਨੂੰਨ ਅਸੀਂ ਹੋਲਡ ਕਰ ਲੈਂਦੇ ਹਾਂ, ਪਰ ਜੇਕਰ 3 ਸਾਲ ਤੱਕ ਕਰ ਦਿੱਤੇ ਜਾਣ ਤਾਂ ਬੜੀ ਵਧੀਆ ਗੱਲ ਹੈ ਤੇ ਕਿਸਾਨਾਂ ਨੂੰ ਵੀ ਇਹ ਗੱਲ ਮੰਨ ਲੈਣੀ ਚਾਹੀਦੀ ਹੈ। ਮਤਲਬ ਇਹ ਹੈ ਵੀ ਰਾਮਦੇਵ ਹੋਰਾਂ ਨੇ ਵੀ ਬਿਨ ਬੁਲਾਏ ਆਪਣੇ ਆਪ ਨੂੰ ਇਸ ਅੰਦੋਲਨ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਗੁਰਮੀਤ ਰਾਮ ਰਹੀਮ ਹੋਰਾਂ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਚਿੱਠੀ ਲਿਖੀ ਗਈ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਕੇਂਦਰ ਦੀ ਸਰਕਾਰ ਜਿਹੜੀ ਕਿ ਇਸ ਵਕਤ ਵਰਤਮਾਨ ਰਾਜਾ ਤੇ ਇਧਰ ਅੰਨਦਾਤਾ, ਇਹਨਾਂ ਦਰਮਿਆਨ ਜਿਹੜੀ ਇਸ ਵਕਤ ਕਸ਼ਮਕਸ਼ ਤਣਾਤਣੀ ਚੱਲਦੀ ਹੈ ਇਹ ਖਤਮ ਹੋਵੇ, ਅਸੀਂ ਇਹਦੀ ਕਾਮਨਾ ਕਰਦੇ ਹਾਂ ਤੇ ਦੋਵੇਂ ਧਿਰਾਂ ਕਿਸੇ ਨਾ ਕਿਸੇ ਗੱਲਬਾਤ ਦੇ ਉੱਤੇ ਸਹਿਮਤ ਹੋਣ। ਕਹਿਣ ਦਾ ਭਾਵ ਇਹ ਹੈ ਕਿ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਹਰ ਕੋਈ ਕਿਸਾਨ ਅੰਦੋਲਨ ਦੇ ਉੱਤੇ ਟਿੱਪਣੀ ਕਰ ਰਿਹਾ, ਪਰ ਜਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਇਸ ਵਕਤ ਬੀਜੇਪੀ ਨੂੰ ਸੰਕਟ ਪੈਦਾ ਹੋਇਆ, ਖਤਰਾ ਪੈਦਾ ਹੋਇਆ, ਇਹ ਕੋਈ ਛੋਟੀ ਗੱਲ ਨਹੀਂ ਹੈ। ਪਿਛਲੇ ਕੁਝ ਕੁ ਹਫ਼ਤਿਆਂ ਤੋਂ ਲਗਾਤਾਰ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ, ਖਾਪ ਪੰਚਾਇਤਾਂ ਦੇ ਵੱਲੋਂ, ਹਰ ਸੂਬੇ ਦੇ ਜਿਹੜੇ ਲੋਕ ਆ ਕਿਸਾਨ ਆਗੂ ਆ ਉਹਨਾਂ ਦੇ ਵੱਲੋਂ। ਜਿਵੇਂ ਕਿ ਇਸ ਵਕਤ ਰੁਝਾਨਾਂ ਦੇ ਵਿੱਚ ਸਾਹਮਣੇ ਵੀ ਆਇਆ ਕਿ ਪੱਛਮੀ ਬੰਗਾਲ ਦੇ ਵਿੱਚ ਇੱਕ ਵਾਰ ਫਿਰ ਮਮਤਾ ਬੈਨਰਜੀ ਦੀ ਸਰਕਾਰ ਬਣ ਸਕਦੀ ਹੈ ਤੇ ਬਾਕੀ ਸੂਬਿਆਂ ਦੇ ਬਾਬਤ ਵੀ ਜਾਣਕਾਰੀ ਆਈ ਹੈ, ਪਰ ਹਾਲਾਂਕਿ ਵੇਲੇ ਤੋਂ ਪਹਿਲਾਂ ਦੀ ਗੱਲ ਆ, ਵੋਟਾਂ ਪੈਣ ਤੋਂ ਪਹਿਲਾਂ ਦੇ ਇਹ ਅੰਦਾਜ਼ੇ ਹੈਗੇ ਆ, ਕਿਉਂਕਿ ਰਾਤੋਂ ਰਾਤ ਪਤਾ ਨਹੀਂ ਵੋਟਰ ਕਿਹੜੀ ਗੱਲ ਤੋਂ ਕਿਹੜੀ ਪੇਸ਼ ਕਰ ਦੇਣ, ਕੀ ਤੋਂ ਕੀ ਬਣਾ ਦੇਣ। ਇਸ ਕਰਕੇ ਜੇਕਰ ਪੱਛਮੀ ਬੰਗਾਲ ਦੇ ਵਿੱਚ ਸੰਕਟ ਪੈਦਾ ਹੁੰਦਾ ਬੀਜੇਪੀ ਦੇ ਉੱਤੇ, ਸ਼ਾਇਦ ਕੋਈ ਮਾੜੀ ਮੋਟੀ ਉਹਨਾਂ ਨੂੰ ਕਿਸਾਨਾਂ ਦੇ ਏਕੇ ਦੀ, ਕਿਸਾਨਾਂ ਦੀ ਮੰਗ ਦੀ ਸਮਝ ਆਵੇ ਜਿਹੜੀ ਕਿ ਹਾਲੇ ਤੱਕ ਆ ਨਹੀਂ ਰਹੀ। ਦੂਜੀ ਗੱਲ ਇਹ ਹੈ ਵੀ ਯੂਪੀ ਭਾਰਤ ਦਾ ਸਭ ਤੋਂ ਵੱਡਾ ਸੂਬਾ, 80 ਲੋਕ ਸਭਾ ਸੀਟਾਂ ਵਾਲਾ, ਸਭ ਤੋਂ ਵੱਧ ਧਿਆਨ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਕੇਂਦਰ ਦੇ ਵਿੱਚ ਇਹ ਸੂਬੇ ਦੇ ਉੱਤੇ ਕੇਂਦਰਿਤ ਰਹਿੰਦਾ ਹੈ, ਕਿਉਂਕਿ ਜੇਕਰ ਇਹ ਸੂਬੇ ਨੇ ਪਾਰੋਤਾਰਾ ਕਰਤਾ ਕਿਸੇ ਵੀ ਪਾਰਟੀ ਦਾ ਤਾਂ ਫਿਰ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚੋਂ ਵੀ ਕੋਈ ਬਹੁਤੀ ਵੱਡੀ ਚੁਣੌਤੀ ਮਿਲਣ ਦੀ ਸੰਭਾਵਨਾ ਘਟ ਜਾਂਦੀ ਹੈ। ਸੋ ਇਸ ਕਰਕੇ ਜੇਕਰ ਸਥਾਨਕ ਸਰਕਾਰਾਂ ਚੋਣਾਂ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਜਿਵੇਂ ਕਿ ਹੁਣ ਮੁਸੀਬਤ ਜਾਪ ਰਹੀ ਹੈ, ਇਹ ਮੁਸੀਬਤ ਵੱਧ ਜਾਂਦੀ ਹੈ ਤਾਂ ਆਉਂਦੇ ਸਮੇਂ ਦੇ ਵਿੱਚ ਬੀਜੇਪੀ
ਦੇ ਲਈ ਇੱਕ ਨਵੀਂ ਚੁਣੌਤੀ ਖੜੀ ਹੋਊਗੀ। ਸੋ ਪੰਜਾਬ ਦੇ ਵਿੱਚ ਹਾਲੇ ਵੀ ਬੀਜੇਪੀ ਦੇ ਕਈ ਨੇਤਾ ਇਹ ਗੱਲ ਕਹੀ ਜਾਂਦੇ ਆ ਕਿ ਸਾਨੂੰ ਕੋਈ ਬਹੁਤਾ ਵੱਡਾ ਫਰਕ ਨਹੀਂ, ਜਦੋਂ ਹਰਜੀਤ ਸਿੰਘ ਗਰੇਵਾਲ ਨੇ ਪਿਛਲੇ ਦਿਨੀ ਵੀ ਕਿਹਾ ਹੋਵੇ ਕਿ ਹਾਂ ਜੇਕਰ ਪਾਰਲੀਮੈਂਟ ਦੇ ਵੱਲ ਜਾਣਾ ਤਾਂ ਕਿਸਾਨ ਬੇਸ਼ੱਕ ਮਾਰਚ ਕਰ ਲੈਣ ਸ਼ਾਂਤਮਈ ਤਰੀਕੇ ਦੇ ਨਾਲ, ਪਰ ਕਾਨੂੰਨ ਨਹੀਂ ਰੱਦ ਹੋਣੇ। ਕਹਿਣ ਦਾ ਭਾਵ ਇਹ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਬੀਜੇਪੀ ਦੇ ਕਈ ਨੇਤਾ ਹਾਲੇ ਵੀ ਇਹ ਗੱਲ ਕਹਿ ਰਹੇ ਜੀ ਕਿ ਜਿਵੇਂ ਸਾਡੇ ਉੱਤੇ ਸਾਰੀ ਗੱਲ ਨਿਰਭਰ ਕਰਦੀ ਹੈ, ਜਾਓ ਕੋਈ ਗੱਲ ਨਹੀਂ ਪਾਰਲੀਮੈਂਟ ਦੇ ਵੱਲ ਤੁਸੀਂ ਮਾਰਚ ਕਰ ਲਓ, ਜਿਵੇਂ ਕਿ ਉਹਨਾਂ ਦੇ ਕਹੇ ਦੇ ਉੱਤੇ ਸਭ ਨੇ ਮੰਨ ਵੀ ਜਾਣਾ। ਜਿਵੇਂ ਕਿ ਜੇਕਰ ਉਹਨਾਂ ਨੇ ਕਹਿਤਾ ਵੀ ਭਾਵੇਂ ਤੁਸੀਂ ਮਾਰਚ ਕਰ ਲਓ, ਰਾਹ ਦੇ ਵਿੱਚ ਕਿਸੇ ਪੁਲਿਸ ਕਰਮਚਾਰੀ ਨੇ ਡੱਕਣਾ ਨੀਗਾ, ਸਰਕਾਰ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਣੀ। ਸੋ ਇਸ ਵਕਤ ਕਿਸਾਨਾਂ ਦੇ ਹੌਸਲੇ ਬੁਲੰਦ ਹੈ, ਉਹ ਸਿਰੜ ਦੇ ਵਿੱਚ ਹੈ। ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਕਿਉਂਕਿ ਹੁਣ ਤਾਂ ਗਰਮੀ ਵੱਖ-ਵੱਖ ਬਾਰਡਰਾਂ ਦੇ ਉੱਤੇ ਵੱਧ ਵੀ ਗਈ ਹੈ, ਬੇਹੱਦ ਹੋ ਗਈ ਹੈ ਦਿੱਲੀ ਦੇ ਵਿੱਚ, ਗਾਜ਼ੀਪੁਰ ਦੇ ਵਿੱਚ। ਸੋ ਇਸ ਕਰਕੇ ਉੱਥੇ ਕੂਲਰ, ਪਾਣੀ ਵਾਲੇ ਪੱਖੇ, ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ, ਉੱਥੇ ਮੰਜੇ, ਉੱਥੇ ਹੋਰ ਜਿਹੜੀਆਂ ਸਹੂਲਤਾਂ ਹੁੰਦੀਆਂ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਤੇ ਕਰਨਾ ਵੀ ਚਾਹੀਦਾ। ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਚੋਣ ਰਣਨੀਤੀ ਘਾੜੇ ਆ, ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਿਟ ਦਾ ਦਰਜਾ ਦੇ ਦਿੱਤਾ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸੂਬਿਆਂ ਦੀਆਂ ਸਰਕਾਰਾਂ ਨੇ ਜਿਹੜੀਆਂ ਜਾਂ ਕੋਈ ਵੀ ਰਾਜਨੀਤਿਕ ਪਾਰਟੀ ਹੈ ਜਿਹੜੀ, ਉਹ ਇਸ ਵਕਤ ਵੱਖੋ ਵੱਖਰੇ ਜੁਮਲੇ ਛੱਡਣ ਦੇ ਲਈ ਕਿਹੜੇ-ਕਿਹੜੇ ਲੋਕਾਂ ਦੀ ਕਿਵੇਂ-ਕਿਵੇਂ ਵਰਤੋਂ ਕਰਦੀ ਹੈ। ਪ੍ਰਸ਼ਾਂਤ ਕਿਸ਼ੋਰ ਤੇ ਉਹਨਾਂ ਦੀ ਟੀਮ ਦਾ ਕੰਮ ਕੀ ਹੈ, ਇਹਦੇ ਬਾਬਤ ਬਹੁਤ ਗਿਣਤੀ ਦਰਸ਼ਕ ਜਾਣਦੇ ਹੀ ਹੈ। ਟੀਮ ਦਾ ਕੰਮ ਇਹ ਹੈਗਾ ਅਸਲ ਦੇ ਵਿੱਚ ਕਿ ਸੋਸ਼ਲ ਮੀਡੀਆ ਦੇ ਉੱਤੇ ਤੇ ਬਾਕੀ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਪ੍ਰਚਾਰ ਹੁੰਦਾ ਹੈ, ਉਹਦੇ ਲਈ ਕਿਹੋ ਜਿਹੀ ਨੀਤੀ ਘੜਨੀ ਆ, ਕਿਹੜੇ ਵੇਲੇ ਕਿਹੜੀ ਗੱਲ ਛੱਡਣੀ ਆ, ਕਿਵੇਂ ਅਸੀਂ ਜਾਤੀ ਆਧਾਰਿਤ ਗੱਲਬਾਤ ਨੂੰ ਆਪਣੇ ਗੁਣਾ ਘਟਾਓ ਦੇ ਵਿੱਚ ਸ਼ਾਮਿਲ ਕਰਕੇ ਤੇ ਅੱਗੇ ਵਧਣਾ, ਕਿਸ ਤਰੀਕੇ ਦੇ ਨਾਲ ਕਿਹੜੇ ਲੋਕਾਂ ਦੀ ਕਿਵੇਂ ਨਬਜ਼ ਫੜਨੀ ਆ, ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਪਿੱਛੇ ਛੱਡਣਾ, ਲੋਕਾਂ ਦੇ ਦਿਮਾਗ ਦੇ ਵਿੱਚ ਕਿਹੜੀ ਗੱਲ ਉਭਾਰਨੀ ਆ, ਕਿਹੜੀ ਗੱਲ ਪੱਕੇ ਤੌਰ ਤੇ ਦਿਮਾਗ ਦੇ ਵਿੱਚ ਬਿਠਾਉਣੀ ਆ, ਇਹ ਪ੍ਰਸ਼ਾਂਤ ਕਿਸ਼ੋਰ ਤੇ ਉਹਨਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਆਈ ਗੱਲ ਹੈ। ਆਪਾਂ ਜਾਣਦੇ ਹਾਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਬਣਾਉਣ 'ਚ ਪ੍ਰਸ਼ਾਂਤ ਕਿਸ਼ੋਰ ਤੇ ਉਹਦੀ ਟੀਮ ਦਾ ਵੱਡਾ ਯੋਗਦਾਨ ਹੈ। ਪਿਛਲੀ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਉਹਨਾਂ ਨੇ ਦਿੱਤਾ ਸੀਗਾ। ਹੁਣ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪ੍ਰਮੁੱਖ ਰਣਨੀਤੀ ਘਾੜਾ ਪ੍ਰਸ਼ਾਂਤ ਕਿਸ਼ੋਰ ਨੂੰ ਬਣਾ ਲਿਆ। 1 ਰੁਪਈਆ ਸਾਲ ਦੀ ਸੈਲਰੀ ਦੇਣੀ ਹੈ, ਤਨਖਾਹ ਦੇਣੀ ਹੈ, ਜਿਵੇਂ ਕਿ ਖਬਰਾਂ ਦੇ ਵਿੱਚ ਆਇਆ, ਪਰ ਕੈਬਨਿਟ ਮੰਤਰੀ ਦਾ ਦਰਜਾ ਵੀ ਦੇ ਦਿੱਤਾ ਗਿਆ। ਹੁਣ ਇਸ ਗੱਲ ਦੇ ਉੱਤੇ ਅਕਾਲੀ ਦਲ ਨੇ ਤਵਾ ਲਾਇਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇੱਕ ਵਾਰ ਫਿਰ ਲੋਕਾਂ ਨੂੰ ਸੁਪਨੇ ਵੇਚਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੇ ਨਾਲ ਜੋੜ ਲਿਆ। ਪ੍ਰਸ਼ਾਂਤ ਕਿਸ਼ੋਰ ਇਸ ਵਕਤ ਪੱਛਮੀ ਬੰਗਾਲ ਦੇ ਵਿੱਚ ਰਣਨੀਤੀ ਘਾੜਾ ਮਮਤਾ ਬੈਨਰਜੀ ਦੀ ਚੋਣ ਮੁਹਿੰਮ ਦਾ, ਤ੍ਰਿਣਮੂਲ ਕਾਂਗਰਸ ਦਾ, ਪਰ ਉੱਥੇ ਕੀ ਹੁੰਗਾਰਾ ਮਿਲਦਾ, ਉਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦਾ ਕੱਦ, ਉਹਦਾ ਮੁੱਲ ਹੋਰ ਵੱਧ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਐਡਵਾਈਜ਼ਰ ਬਣਾ ਲਿਆ। 2022 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਰਣਨੀਤੀ ਤਿਆਰ ਕਰਨ ਦੇ ਵਿੱਚ ਉਹ ਮਦਦ ਕਰਨਗੇ। ਸੂਬੇ ਦੀ ਸਰਕਾਰ ਨੇ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਸੈਲਰੀ 1 ਰੁਪਈਆ ਹੋਵੇਗੀ। ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਇਕੱਠੇ ਕੰਮ ਕਰਨ ਦੇ ਲਈ ਤਿਆਰ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਨਾਲ ਵੀ ਇਸ ਮੁੱਦੇ ਦੇ ਉੱਤੇ ਗੱਲ ਹੋਈ ਹੈ, ਉਹਨਾਂ ਤੇ ਹੀ ਫੈਸਲਾ ਛੱਡ ਦਿੱਤਾ ਗਿਆ ਸੀ। ਪ੍ਰਸ਼ਾਂਤ ਕਿਸ਼ੋਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਜਿੱਤ ਦਿਵਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਪ੍ਰਸ਼ਾਂਤ ਕਿਸ਼ੋਰ ਯੂਨਾਈਟਿਡ ਨੇਸ਼ਨਜ਼ ਦੇ ਹੈਲਥ ਵਰਕਰ ਰਹੇ ਨੇ। 2011 ਦੇ ਵਿੱਚ ਭਾਰਤ ਦੇ ਵਿੱਚ ਉਹ ਪਰਤੇ ਤੇ ਪੋਲੀਟੀਕਲ ਪਾਰਟੀਆਂ ਦੀ ਇਲੈਕਸ਼ਨ ਕੰਪੇਨ ਨੂੰ ਸੰਭਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸਭ ਤੋਂ ਪਹਿਲਾਂ ਬੀਜੇਪੀ ਤੇ ਨਰਿੰਦਰ ਮੋਦੀ ਦੇ ਨਾਲ ਗੁਜਰਾਤ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ। 2012 ਦੇ ਵਿੱਚ ਉਹਨਾਂ ਨਰਿੰਦਰ ਮੋਦੀ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਉਣ ਦੇ ਲਈ ਮੁਹਿੰਮ ਦੀ ਕਮਾਨ ਆਪਣੇ ਹੱਥ ਦੇ ਵਿੱਚ ਲਈ ਤੇ ਪ੍ਰਸ਼ਾਂਤ ਗੁਜਰਾਤ ਦੇ ਸੀਐਮ ਹਾਊਸ ਦੇ ਵਿੱਚ ਰਹਿੰਦੇ ਸਨ। 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਦੇ ਵਿੱਚ ਉਹ ਮੁੱਖ ਰਣਨੀਤੀ ਘਾੜੇ ਸਨ। ਉਦੋਂ ਬੀਜੇਪੀ ਨੂੰ ਪੂਰਨ ਬਹੁਮਤ ਮਿਲਣ ਦੇ ਪਿੱਛੇ ਉਹਨਾਂ ਦੀ ਰਣਨੀਤੀ ਦਾ ਹੱਥ ਮੰਨਿਆ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਆਪਣੀ ਰਣਨੀਤੀ ਦੇ ਬਲਬੂਤੇ ਬਿਹਾਰ ਚੋਣਾਂ ਦੇ ਵਿੱਚ ਨਤੀਸ਼ ਤੇ ਲਾਲੂ ਦੇ ਮਹਾਗਠਜੋੜ ਦੀ ਸਰਕਾਰ ਬਣਾਉਣ ਦੇ ਵਿੱਚ ਸਫਲ ਰਹੇ। ਇਸ ਤੋਂ ਬਾਅਦ ਕਾਂਗਰਸ ਨੇ ਯੂਪੀ ਤੇ ਪੰਜਾਬ ਸਮੇਤ ਬਾਕੀ ਸੂਬਿਆਂ ਦੇ ਵਿੱਚ ਚੋਣਾਂ 'ਚ ਜਿੱਤ ਦਿਵਾਉਣ ਦੇ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੇ ਨਾਲ ਜੋੜਿਆ ਸੀ। ਯੂਪੀ ਦੇ ਵਿੱਚ 2017 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਮਿਲੀ। ਉਦੋਂ ਵੀ ਪ੍ਰਸ਼ਾਂਤ ਕਿਸ਼ੋਰ ਇੱਥੋਂ ਦੇ ਰਣਨੀਤੀ ਘਾੜੇ ਸਨ। ਪਾਰਟੀ ਨੇ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕੀਤਾ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਇਸ ਹਾਰ ਦੇ ਲਈ ਸਮਾਜਵਾਦੀ ਪਾਰਟੀ ਦੇ ਨਾਲ ਗੱਠਜੋੜ ਨੂੰ ਜ਼ਿੰਮੇਵਾਰ ਕਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਯੂਪੀ ਦੇ ਵਿੱਚ ਟੌਪ ਮੈਨੇਜਮੈਂਟ ਨੇ ਮੈਨੂੰ ਖੁੱਲ੍ਹ ਕੇ ਕੰਮ ਕਰਨ ਨਹੀਂ ਦਿੱਤਾ, ਇਹ ਹਾਰ ਉਹਦਾ ਹੀ ਨਤੀਜਾ। ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਜੇਡੀਯੂ ਦੀ ਬਿਹਤਰੀਨ ਜਿੱਤ ਤੋਂ ਬਾਅਦ ਨਤੀਸ਼ ਕੁਮਾਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਜੁਆਇਨ ਕਰਵਾਈ ਸੀ। ਉਹਨਾਂ ਨੇ ਜਨਤਾ ਦਲ ਯੂਨਾਈਟਿਡ ਦਾ ਰਾਸ਼ਟਰੀ ਪ੍ਰਧਾਨ ਉਹਨੂੰ ਬਣਾਇਆ ਸੀ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਆ ਗਈ ਤੇ ਪ੍ਰਸ਼ਾਂਤ ਕਿਸ਼ੋਰ ਨੇ ਪ੍ਰੈਸ ਕਾਨਫਰੰਸ ਕਰਕੇ ਰਾਜਨੀਤਿਕ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਸਨ। ਆਂਧਰਾ ਪ੍ਰਦੇਸ਼ ਦੇ ਵਿੱਚ ਜਗਨ ਮੋਹਨ ਦੀ ਸਰਕਾਰ ਬਣਵਾਉਣ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਯੋਗਦਾਨ ਰਿਹਾ ਤੇ ਤਾਮਿਲਨਾਡੂ ਦੇ ਵਿੱਚ DMK ਦੇ ਉਹ ਨਾਲ ਨੇ ਤੇ ਇਸ ਤੋਂ ਇਲਾਵਾ ਇਸ ਵਕਤ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਦੇ ਲਈ
ਕੰਮ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿੱਥੇ ਜਿੱਥੇ ਵੀ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਤੱਕ ਯੋਗਦਾਨ ਪਾਇਆ, ਭਾਵੇਂ ਕਿਸੇ ਸੂਬੇ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਤੇ ਭਾਵੇਂ ਕੇਂਦਰ ਦੀ ਸਰਕਾਰ ਬਣਾਉਣ ਦੇ ਲਈ, ਆਪਣੀ ਚੋਣ ਰਣਨੀਤੀ ਦੇ ਨਾਲ ਉੱਥੇ ਕਿਵੇਂ ਕਿਵੇਂ ਕੰਮ ਹੋਏ ਆ, ਲੋਕ ਪੱਖੀ ਕਿੰਨੇ ਕੁ ਕੰਮ ਸਿਰੇ ਲੱਗੇ ਆ, ਇਹਦੇ ਬਾਬਤ ਜ਼ਰੂਰ ਇੱਕ ਵਾਰ ਖਿਆਲ ਕਰਨਾ ਚਾਹੀਦਾ। ਸੂਬੇ ਦੇ ਵਿੱਚ ਪਿਛਲੀ ਵਾਰ ਵੀ ਪੰਜਾਬ ਦੇ ਅੰਦਰ ਪ੍ਰਸ਼ਾਂਤ ਕਿਸ਼ੋਰ ਨੇ ਰਣਨੀਤੀ ਘੜੀ ਸੀ, ਪ੍ਰਚਾਰ ਕੀਤਾ ਸੀ, ਉਹਦੇ ਮੁਤਾਬਕ ਸਾਰਾ ਕੰਮਕਾਜ ਹੋਇਆ। ਸੂਬੇ ਦੇ ਵਿੱਚ ਕਾਂਗਰਸ ਨੂੰ ਸੋਹਣੀਆਂ ਸੀਟਾਂ ਮਿਲ ਗਈਆਂ, ਪਰ ਉਸ ਤੋਂ ਬਾਅਦ ਕਾਂਗਰਸ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਕਿੰਨੀ ਕੁ ਖਰੀ ਉਤਰੀ ਹੈ, ਇਹਦੇ ਵੱਲ ਵੀ ਜ਼ਰੂਰ ਖਿਆਲ ਕਰਨਾ ਚਾਹੀਦਾ। ਕਹਿਣ ਦਾ ਭਾਵ ਇਹ ਹੈ ਵੀ ਭਾਵੇਂ ਤੁਸੀਂ ਕਿਸੇ ਵੀ ਪਾਰਟੀ ਦੀ ਗੱਲ ਕਰ ਲਓ, ਅੱਜ ਕੱਲ੍ਹ ਸੁਪਨੇ ਵੇਚਣ ਦਾ ਕਾਰੋਬਾਰ ਚੱਲਦਾ। ਇਹ ਸੁਪਨੇ ਵੇਚਣਾ ਵੀ ਇੱਕ ਧੰਦਾ ਬਣ ਗਿਆ, ਇੱਕ ਕਾਰੋਬਾਰ ਬਣ ਗਿਆ। ਤੁਹਾਡੇ ਦਿਮਾਗ ਦੇ ਵਿੱਚ ਕਿਹੜੀ ਗੱਲ ਪਾਉਣੀ ਆ, ਵਾਰ-ਵਾਰ ਜੇਕਰ ਉਹ ਚੀਜ਼ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਅੱਖਾਂ ਦੇ ਮੂਹਰੇ ਆਉਂਦੀ ਰਹੇ ਕਿ ਜਿਹੜੀ ਕਿ ਤੁਹਾਨੂੰ ਇੱਕਦਮ ਕਲਿੱਕ ਕਰੇ, ਜਿਹੜੀ ਚੀਜ਼ ਵਾਰ-ਵਾਰ ਟੀਵੀ ਦੇ ਉੱਤੇ, ਅਖਬਾਰਾਂ ਦੇ ਵਿੱਚ ਤੁਹਾਡੀਆਂ ਅੱਖਾਂ ਦੇ ਮੂਹਰੇ ਘੁੰਮਦੀ ਰਹੇ, ਤੁਸੀਂ ਅਚਾਨਕ ਉਹਦੇ ਨਾਲ ਹੌਲੀ-ਹੌਲੀ ਲਗਾ ਰੱਖਣਾ ਸ਼ੁਰੂ ਕਰ ਦਿੰਦੇ, ਜੁੜਨਾ ਸ਼ੁਰੂ ਹੋ ਜਾਂਦੇ ਆ। ਤੇ ਇਹੀ ਕੁਝ ਕੋਸ਼ਿਸ਼ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਵੱਖ-ਵੱਖ ਰਣਨੀਤੀ ਘਾੜਿਆਂ ਦੇ ਵੱਲੋਂ। ਸੋ ਪ੍ਰਸ਼ਾਂਤ ਕਿਸ਼ੋਰ ਦੇ ਲਈ ਤਾਂ ਇਹ ਵਧੀਆ ਮੌਕਾ, ਕਿਉਂਕਿ ਉਹਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਮਿਲ ਗਿਆ। ਪਰ ਦੂਜੀ ਗੱਲ ਇਹ ਹੈ ਕਿ ਜਿਹੜੇ ਸੂਬੇ ਦੇ ਵਿੱਚ ਜਿਹੜੀ ਵੀ ਪਾਰਟੀ ਚੋਣ ਜਿੱਤਦੀ ਹੈ, ਕਿ ਉੱਥੇ ਜਿੱਤਣ ਤੋਂ ਬਾਅਦ ਰਾਜਨੀਤਿਕ ਲੋਕ ਆਮ ਲੋਕਾਂ ਦੇ ਲਈ ਜਵਾਬਦੇਹ ਰਹਿੰਦੇ ਆ, ਇਹਦੇ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ। ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਬਜਟ ਸੈਸ਼ਨ ਲੰਘੇ ਕੱਲ੍ਹ ਸ਼ੁਰੂ ਹੋ ਗਿਆ ਤੇ ਜੋ ਕੁਝ ਆਮ ਤੌਰ ਦੇ ਉੱਤੇ ਆਸ ਕੀਤੀ ਜਾਂਦੀ ਹੈ ਬਿਲਕੁਲ ਉਵੇਂ ਹੀ ਹੋਇਆ। ਲੰਘੇ ਕੱਲ੍ਹ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਵੱਜੀਆਂ। ਲੰਘੇ ਕੱਲ੍ਹ ਆਮ ਆਦਮੀ ਪਾਰਟੀ ਦੇ ਆਗੂ ਸਾਈਕਲਾਂ ਦੇ ਉੱਤੇ ਉੱਥੇ ਪਹੁੰਚੇ ਆ, ਯਾਨੀ ਕਿ ਵਿਧਾਨ ਸਭਾ ਦੇ ਵਿੱਚ। ਲੰਘੇ ਕੱਲ੍ਹ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਵਿਧਾਨ ਸਭਾ ਦੇ ਅੰਦਰ ਰੌਲਾ ਰੱਪਾ ਵੀ ਪਿਆ। ਲੰਘੇ ਕੱਲ੍ਹ ਪਤਾ ਲੱਗਾ ਜੀ ਕਿ ਕਾਂਗਰਸ ਦੇ ਆਗੂਆਂ ਨੇ ਸਿਰਾਂ ਦੇ ਉੱਤੇ ਸਿਲੰਡਰ ਰੱਖ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ। ਇਹ ਸਾਰੀਆਂ ਗੱਲਾਂ ਨਾ ਤਾਂ ਕੋਈ ਅਲੋਕਾਰੀਆਂ ਲੱਗਦੀਆਂ, ਇਹ ਸਾਰੀਆਂ ਗੱਲਾਂ ਨਾ ਹੀ ਹੁਣ ਹੈਰਾਨ ਕਰਦੀਆਂ, ਸਗੋਂ ਪਰੇਸ਼ਾਨ ਜ਼ਰੂਰ ਕਰਦੀਆਂ ਵੀ ਕੀ ਇੱਦਾਂ ਕਰਨ ਦੇ ਨਾਲ ਸਾਰੇ ਮਸਲੇ ਹੱਲ ਹੁੰਦੇ ਆ। ਜੇ ਇਸ ਵਕਤ ਕੋਈ ਵਿਧਾਨ ਸਭਾ ਦਾ ਘਿਰਾਓ ਕਰਦਾ ਤਾਂ ਮੈਂ ਇਹ ਸੋਚਦਾ ਕਿ ਜੇਕਰ ਇਹਦੇ ਨਾਲੋਂ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇ ਤਾਂ ਕਿੰਨਾ ਚੰਗਾ ਹੋਵੇ। ਉਹਨਾਂ ਹੀ ਲੋਕਾਂ ਦੇ ਵੱਲੋਂ ਜਿਹੜੇ ਕਿ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਗੱਲ ਕਰਦੇ ਆ, ਪਰ ਪਾਰਲੀਮੈਂਟ ਦਾ ਘਿਰਾਓ ਕਰਾਂਗੇ ਗੱਲ ਹੋਰ ਬਣਦੀ ਹੈ। ਇਸ ਵਕਤ ਸੂਬੇ ਦੇ ਵਿੱਚ ਘਿਰਾਓ ਕਰਨਾ ਹੋਰ ਗੱਲ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕਾਂਗਰਸ ਦੀ ਸਰਕਾਰ ਜੇਕਰ ਸਿਰਾਂ ਦੇ ਉੱਤੇ ਸਿਲੰਡਰ ਰੱਖਦੀ ਹੈ, ਜੇਕਰ ਇਹ ਗੱਲ ਕਹਿੰਦੀ ਹੈ ਵੀ ਪੈਟਰੋਲ ਦੀਆਂ ਕੀਮਤਾਂ ਨੇ ਲੋਕਾਂ ਦੀ ਚੀਖ ਕਢਾਈ ਹੋਈ ਹੈ, ਤਾਂ ਫਿਰ ਪੰਜਾਬ ਨੂੰ ਆਪਣੇ ਤੌਰ ਦੇ ਉੱਤੇ ਲਾਏ ਗਏ ਟੈਕਸ ਅੱਧੇ ਕਰ ਦੇਣੇ ਚਾਹੀਦੇ ਆ, ਟੈਕਸ ਖਤਮ ਕਰ ਦੇਣੇ ਚਾਹੀਦੇ ਆ। ਜੇਕਰ ਤੁਹਾਨੂੰ ਇੰਨਾ ਫਿਕਰ ਆ ਪੰਜਾਬ ਦੇ ਲੋਕਾਂ ਦਾ, ਤਾਂ ਫਿਰ ਤੁਹਾਨੂੰ ਚਾਹੀਦਾ ਕਿ ਡੀਜ਼ਲ ਤੇ ਪੈਟਰੋਲ ਦੇ ਉੱਤੇ ਜਿਹੜੇ ਟੈਕਸ ਲੱਗੇ ਆ ਉਹ ਅੱਧੇ ਕਰ ਦਿੱਤੇ ਜਾਣ। 15-20 ਰੁਪਏ ਲੀਟਰ ਦੇ ਪਿੱਛੇ ਫਰਕ ਪੰਜਾਬ ਦੇ ਕਰਕੇ ਹੀ ਪੈ ਜਾਣਾ, ਪਰ ਇੱਦਾਂ ਹੋਣਾ ਨਹੀਂ, ਕਿਉਂਕਿ ਕੋਈ ਨਹੀਂ ਸਰਕਾਰ ਚਾਹੁੰਦੀ ਕਿ ਸਾਨੂੰ ਮਾਲੀਏ ਦੇ ਵਿੱਚ ਕੋਈ ਨਾ ਕੋਈ ਕਟੌਤੀ ਹੋਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਚੁੱਕਿਆ ਤੇ ਲੰਘੇ ਕੱਲ੍ਹ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਅਗਲੇ ਦਿਨ ਦੇ ਲਈ ਵਿਧਾਨ ਸਭਾ ਦਾ ਸੈਸ਼ਨ ਚੁੱਕ ਦਿੱਤਾ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲੇ ਹੀ ਦਿਨ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋਇਆ। ਲਗਾਤਾਰ ਵਿਧਾਨ ਸਭਾ ਦੇ ਅੰਦਰ ਨਾਅਰੇਬਾਜ਼ੀ ਹੁੰਦੀ ਰਹੀ ਤੇ ਇਸ ਤੋਂ ਇਲਾਵਾ ਸਰਦੂਲ ਸਿਕੰਦਰ ਜੋ ਕਿ ਮਹਾਨ ਗਾਇਕ ਸਨ, ਜਿਨ੍ਹਾਂ ਦੀ ਕਿ ਪਿਛਲੇ ਦਿਨੀ ਮੌਤ ਹੋਈ ਹੈ, ਤੇ 7 ਮਾਰਚ ਨੂੰ ਖੰਨੇ ਦੀ ਦਾਣਾ ਮੰਡੀ ਦੇ ਵਿੱਚ ਉਹਨਾਂ ਦਾ ਭੋਗ ਰੱਖਿਆ ਗਿਆ। ਇਸ ਤੋਂ ਇਲਾਵਾ ਨਰਿੰਦਰ ਚੰਚਲ, ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ, ਸੁਤੰਤਰਤਾ ਸੰਗਰਾਮੀਆਂ ਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਹੋਏ ਸ਼ਹੀਦ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਸ ਤੋਂ ਬਾਅਦ ਅਗਲੇ ਦਿਨ ਦੇ ਲਈ ਇਹ ਕਾਰਵਾਈ ਪਾ ਦਿੱਤੀ ਗਈ, ਪਰ ਇਸ ਵਾਰ ਇੰਝ ਜਾਪਦਾ ਕਿ ਇਹ ਵਿਧਾਨ ਸਭਾ ਦਾ ਬਜਟ ਸੈਸ਼ਨ ਖਾਸਾ ਗਹਿਮਾ-ਗਹਿਮੀ ਦੇ ਵਿੱਚ ਰਹੇਗਾ, ਕਿਉਂਕਿ ਅਕਾਲੀ ਦਲ ਦੇ ਆਗੂ ਤੇ ਸਮਰਥਕ ਚੰਡੀਗੜ੍ਹ ਦੇ ਇੱਕ ਗਰਾਊਂਡ ਦੇ ਵਿੱਚ ਇਕੱਠੇ ਹੋਏ। ਉਸ ਤੋਂ ਬਾਅਦ ਉਹਨਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਪੂਰੇ ਪੰਜਾਬ ਦੇ ਵਿੱਚੋਂ ਅਕਾਲੀ ਦਲ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਰਥਕ ਚੰਡੀਗੜ੍ਹ ਪਹੁੰਚੇ ਸਨ, ਪਰ ਰਾਹ ਦੇ ਵਿੱਚ ਪੁਲਿਸ ਦੇ ਬੈਰੀਕੇਡ ਲਾਏ ਹੋਏ ਸਨ। ਜਦੋਂ ਪੁਲਿਸ ਦੇ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਟੱਪਣ ਦੀ ਕੋਸ਼ਿਸ਼ ਅਕਾਲੀ ਦਲ ਦੇ ਸਮਰਥਕਾਂ ਤੇ ਆਗੂਆਂ ਵੱਲੋਂ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਇਸ ਦੌਰਾਨ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਕਈ ਆਗੂ ਪੁਲਿਸ ਦੀ ਹਿਰਾਸਤ ਦੇ ਵਿੱਚ ਵੀ ਲੈ ਲਏ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੁੱਖ ਹੁੰਦਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸੁੰਗੜਦਾ ਜਾ ਰਿਹਾ, ਪਰ ਫਿਰ ਇਹਦਾ ਦੂਜਾ ਪੱਖ ਵੀ ਸੋਚੀਦਾ ਵੀ ਜਿਹੜੀ ਵੀ ਪਾਰਟੀ ਸੱਤਾਧਾਰੀ ਹੋਵੇ ਉਹਨੇ ਕਹਿਣਾ ਜੀ ਕਿ ਅਸੀਂ ਚੰਗੇ ਕੰਮ ਬਹੁਤ ਕੀਤੇ ਆ, ਜਿਹੜੀ ਵੀ ਪਾਰਟੀ ਵਿਰੋਧ ਦੇ ਵਿੱਚ ਹੋਵੇ ਉਹਨੇ ਕਹਿਣਾ ਮਾੜੇ ਇਹਨਾਂ ਨੇ ਬਹੁਤ ਕੀਤੇ ਆ।
ਤੇ ਇੱਥੇ ਗੁੱਥਮ ਗੁੱਥਾ ਹੋਣ ਵਾਲੀ ਸਥਿਤੀ ਬਣ ਜਾਂਦੀ ਹੈ। ਤੇ ਜੇ ਤਾਂ ਅਸੀਂ ਇਹ ਸੋਚੀਏ ਵੀ ਭਾਈ ਇਹ ਬਜਟ ਸੈਸ਼ਨ ਘੱਟੋ ਘੱਟ 3 ਹਫ਼ਤੇ ਦਾ ਹੋਣਾ ਚਾਹੀਦਾ, ਗੱਲ ਬਿਲਕੁਲ ਸਹੀ ਹੈ। ਪਰ ਜੇਕਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਚਰਚਾ ਹੋਵੇ, ਪਰ ਜੇਕਰ ਉੱਥੇ ਕਾਟੋ ਕਲੇਸ਼ ਹੀ ਹੋਣਾ ਤਾਂ ਫਿਰ ਵੀ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਹੀ ਖਰਾਬ ਹੁੰਦਾ। ਸੋ ਇਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬੀ ਤੇ ਪੰਜਾਬੀਅਤ ਦੇ ਪ੍ਰਤੀ ਫਿਕਰਮੰਦ ਹੋਣਾ ਚਾਹੀਦਾ। ਸੂਬੇ ਦੀ ਸਰਕਾਰ ਦਾ ਇਹ ਆਖਰੀ ਬਜਟ ਸੈਸ਼ਨ ਹੈ, ਕਿਉਂਕਿ ਇਸ ਤੋਂ ਬਾਅਦ 2022 ਦੀਆਂ ਚੋਣਾਂ ਆ ਜਾਣੀਆਂ। ਸੋ ਇਸ ਬਜਟ ਸੈਸ਼ਨ ਦੇ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਵੱਲੋਂ ਘੇਰਾ ਪਾਉਣ ਦੀ ਕਸਰ ਬਾਕੀ ਨਹੀਂ ਛੱਡੀ ਜਾਣੀ। ਤੇ 10 ਮਾਰਚ ਤੱਕ ਇਹੋ ਜਿਹੀਆਂ ਖਬਰਾਂ ਆਉਣੀਆਂ ਕਿ ਇੱਥੇ ਰੌਲਾ ਰੱਪਾ ਪਿਆ ਤੇ ਵਿਧਾਨ ਸਭਾ ਦੇ ਵਿੱਚੋਂ ਵਾਕਆਊਟ ਕੀਤਾ ਗਿਆ, ਬਾਹਰ ਆ ਕੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਹੋਊਗਾ। ਇਹੋ ਜਿਹਾ ਕੁਝ ਹੁਣ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਹੁੰਦਾ ਆਇਆ, ਪਰ ਇਹਦਾ ਸਿੱਟਾ ਕੀ ਨਿਕਲਣਾ, ਗੱਲ ਸਿੱਟੇ ਦੇ ਉੱਤੇ ਆ ਕੇ ਮੁੱਕਦੀ ਹੈ। ਭਾਵੇਂ ਤੁਸੀਂ 5 ਦਿਨ ਵਿਰੋਧ ਕਰੋ, ਭਾਵੇਂ 25 ਦਿਨ ਵਿਰੋਧ ਕਰੋ, ਇਹ ਤਾਂ ਤੁਹਾਡੇ ਅਧਿਕਾਰ ਦੀ ਗੱਲ ਹੈ, ਪਰ ਸਿੱਟਾ ਵੀ ਕੋਈ ਨਿਕਲਣਾ ਚਾਹੀਦਾ, ਜਿਹੜਾ ਕਿ ਹਾਲ ਦੀ ਘੜੀ ਨਿਕਲਦਾ ਦਿਖਾਈ ਨਹੀਂ ਰਿਹਾ। ਤੇ ਇਸ ਗੱਲ ਦਾ ਬੇਹੱਦ ਦੁੱਖ ਵੀ ਹੈ, ਪਰ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਪੰਜਾਬ ਦੇ ਸਭੇ ਮਸਲੇ ਹੱਲ ਹੋਣ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਚੋਣ ਵਾਅਦੇ ਕੀਤੇ ਸੀ, ਆਪੇ ਹੀ ਗੱਲ ਸੋਚ ਕੇ ਦੇਖ ਲਓ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੈਗਾ, ਕਿ ਇਹ ਚੋਣ ਵਾਅਦੇ ਪੂਰੇ ਹੋਏ। ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ, ਵਰਤਮਾਨ ਸਰਕਾਰਾਂ ਨੇ ਵੀ ਉਹੋ ਜਿਹਾ ਕੁਝ ਕੀਤਾ। ਸੋ ਹੁਣ ਜਦੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਜਿਵੇਂ ਕਿ ਪ੍ਰਗਟ ਸਿੰਘ ਜਲੰਧਰ ਛਾਉਣੀ ਵਾਲੇ, ਉਹਨਾਂ ਨੇ ਸਵਾਲ ਕੀਤੇ ਜੀ ਕਿ ਜਦੋਂ ਹੁਣ 2022 ਦੇ ਵਿੱਚ ਲੋਕ ਵੋਟ ਪਾਉਣਗੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮਾਂ ਦੀ ਪੜਚੋਲ ਜ਼ਰੂਰ ਕਰਨਗੇ। ਇਹ ਗੱਲ ਕਹਿਣ ਦੇ ਕਰਕੇ ਬੇਸ਼ੱਕ ਪ੍ਰਗਟ ਸਿੰਘ ਦੇ ਪ੍ਰਤੀ ਕੋਈ ਹੋਰ ਰਾਏ ਬਣ ਗਈ ਹੋਵੇ ਹਾਈਕਮਾਨ ਦੀ, ਪਰ ਗੱਲ ਇਹ ਆ ਵੀ ਉਹ ਝੂਠ ਨਹੀਂ ਬੋਲੇ, ਸਾਰੇ ਲੋਕ ਹੀ ਗੱਲ ਕਹਿੰਦੇ ਆ। ਪਰ ਜੇਕਰ ਪੰਜਾਬ ਦੇ ਲੋਕ ਸੋਚ ਕੇ ਵੋਟ ਪਾਉਣਗੇ ਤਾਂ ਅੱਜ ਤੱਕ ਤਾਂ ਪਾਈ ਨਹੀਂ, ਆਉਂਦੇ ਸਮੇਂ ਦੇ ਵਿੱਚ ਦੇਖਦੇ ਹਾਂ ਵੀ ਕੀ ਬਣਦਾ। ਸੋ ਅਸੀਂ ਚਾਹੁੰਦੇ ਹਾਂ ਕਿ ਚੰਗਿਆਂ ਨੂੰ ਵੋਟ ਪਵੇ, ਜਿਹਨੂੰ ਵੀ ਵੋਟ ਪਵੇ ਉਹ ਪੰਜਾਬ ਦਾ ਫਿਕਰ ਕਰੇ, ਦੇਸ਼ ਦਾ ਫਿਕਰ ਕਰੇ, ਤਾਂ ਮਸਲੇ ਦਾ ਹੱਲ ਹੁੰਦਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।